ਸਾਹਿਬ ਜੀ। ਚਰਨ ਤਾ ਪਰ ਸਕਿਆਥ, ਚਰਨ ਗੁਰ ਅਮਰ ਪਵਲ ਰਹਿ। ਹੱਥ ਤਾ ਪਰ ਸਕਿਆਥ, ਹੱਥ ਲੱਗੈ ਗੁਰ ਅਮਰ ਪੈ। ਜਿਹ ਤਾ ਪਰ ਸਕਿਆਥ, ਜਿਹ ਗੁਰ ਅਮਰ ਭਣਿਜੈ। ਨੈਣ ਤਾ ਪਰ ਸਕਿਆਥ, ਨੈਣ ਗੁਰ ਅਮਰ ਪਖਿਜੈ। ਸ਼ਰਵਣ ਤਾ ਪਰ ਸਕਿਆਥ, ਸ਼ਰਵਣ ਗੁਰ ਅਮਰ ਸੁਨਿਜੈ। ਸਕਿਆਥ ਸੋਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਸਕਿਆਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਅੱਜ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਵਿਰਕ ਪਰਿਵਾਰ ਵੱਲੋਂ ਰਖਾਏ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਆਪ ਜੀਆਂ ਨੇ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਸਾਧ ਸੰਗਤ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਤੇ ਗੁਰੂ ਮਹਾਰਾਜ ਜੀ ਦੀ ਸਿਫਤ ਵਿੱਚ ਭੱਟ ਸਾਹਿਬਾਨਾਂ ਨੇ ਜੋ ਸ਼ਬਦ ਕਹੇ ਹਨ ਉਹਨਾਂ ਦੀ ਵਿਚਾਰ ਤੇ ਸੰਖੇਪ ਜਿਹਾ ਸਤਿਗੁਰੂ ਦਾ ਜੀਵਨ ਵਿਚਾਰਨ ਦਾ ਯਤਨ ਕਰਾਂਗੇ। ਕਰੋ ਸਾਰੇ ਮਾਈ ਭਾਈ ਕਿਰਪਾ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਜਨਮ ਸਾਧ ਸੰਗਤ ਜੀ ਪ੍ਰਕਾਸ਼ ਪਿੰਡ ਬਾਸਰ ਕੇ ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ। ਆਪ ਜੀ ਨੂੰ ਪਤਾ ਹੋਏਗਾ ਜਿਹੜੇ ਤਾਂ ਝਬਾਲ ਸਾਈਡ ਤੋਂ ਤਰਨ ਤਾਰਨ ਸਾਈਡ ਤੋਂ ਅੰਮ੍ਰਿਤਸਰ ਜਾਣਗੇ ਤਾਂ ਬਾਬਾ ਬੁੱਢਾ ਸਾਹਿਬ ਤੋਂ ਬਾਅਦ ਜਦੋਂ ਆਪਾਂ ਸਾਧ ਸੰਗਤ ਜੀ ਅੰਮ੍ਰਿਤਸਰ ਨੂੰ ਜਾਂਦੇ ਆ ਇਹ ਪਿੰਡ ਆਏਗਾ। ਜੇ ਅੰਮ੍ਰਿਤਸਰ ਸਾਹਿਬ ਵਾਲੇ ਬੰਨਿਓ ਬਾਬਾ ਬੁੱਢਾ ਸਾਹਿਬ ਝਬਾਲ ਨੂੰ ਆਈਏ ਤੇ ਫਿਰ ਉਧਰੋਂ ਇਹ ਪਿੰਡ ਆਏਗਾ। ਇਹ ਬਾਸਰ ਕੇ ਪਿੰਡ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਉਹਨਾਂ ਦੇ ਪਿਤਾ ਜੀ ਦਾ ਨਾਮ ਤੇਜਭਾਨ ਤੇ ਭੱਟ ਸਾਹਿਬਾਨਾਂ ਨੇ ਤੇਜੋ ਸ਼ਬਦ ਵਰਤਿਆ ਉਹਨਾਂ ਦੇ ਪਿਤਾ ਜੀ ਵਾਸਤੇ। ਭਾਲੋ ਪ੍ਰਸਿੱਧ ਤੇਜੋ ਤਨ ਤਨਮ ਭਾਵ ਕੇ ਪੁੱਤਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਰੇ ਕਿਹਾ। ਉਹਨਾਂ ਦੇ ਸਤਿਕਾਰਯੋਗ ਮਾਤਾ ਲక్ష్ਮੀ ਵੀ ਤੇ ਸੁਲੱਖਣੀ ਵੀ ਦੋ ਸ਼ਬਦ ਇਸ ਤਰ੍ਹਾਂ ਸਾਨੂੰ ਮਿਲਦੇ ਨੇ। ਤੇ ਪ੍ਰਕਾਸ਼ ਸਾਧ ਸੰਗਤ ਜੀ ਉਹਨਾਂ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਇਉਂ ਕਹਿ ਲਓ ਕਿ 10 ਸਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਛੋਟੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ 1469 ਦਾ ਹੈ ਤੇ ਗੁਰੂ ਅਮਰਦਾਸ ਮਹਾਰਾਜ 1479 ਦਾ ਹੈ। ਬੜਾ ਸੰਖੇਪ ਜਿਹਾ ਮੈਂ ਜ਼ਿਕਰ ਕਰ ਲੱਗਿਆ ਹਾਂ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਪਿਤਾ ਪੁਰਖੀ ਜਿਹੜਾ ਕੰਮ ਸੀ ਉਹ ਕਰਦੇ ਸਨ। ਵਣਜ ਵਪਾਰ ਦਾ ਕੰਮ ਕਰਨਾ, ਉਹਦੇ ਨਾਲ ਨਾਲ ਜੋ ਧਾਰਮਿਕ ਬਿਰਤੀ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਕਰਨੀ, ਉਸੇ ਤਰ੍ਹਾਂ ਹੀ ਬਾਬਾ ਅਮਰਦਾਸ ਜੀ ਦੇ ਉੱਤੇ ਉਹ ਪ੍ਰਭਾਵ ਪਿਆ। ਆਖਰ ਜੀਵਨ ਦੇ ਵਿੱਚ ਇੱਕ ਪਲਟਾ ਆਉਂਦਾ ਹੈ। ਉਹ ਪਲਟਾ ਇਸ ਤਰ੍ਹਾਂ ਆਉਂਦਾ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਸਤਿਕਾਰਯੋਗ ਬੇਟੀ ਉਹਨਾਂ ਦੀ ਸਪੁੱਤਰੀ ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਦੇ ਭਤੀਜੇ ਦੇ ਨਾਲ ਵਿਆਹੀ ਹੋਈ ਸੀ। ਘਰ ਦੇ ਵਿੱਚ ਬਾਣੀ ਦਾ ਪਾਠ ਚੱਲ ਰਿਹਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦਾਂ ਦਾ ਗਾਇਨ ਹੋ ਰਿਹਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਪੜ੍ਹੀ ਜਾ ਰਹੀ ਹੈ। ਸ਼ਬਦਾਂ ਦੇ ਅੰਦਰ ਐਸੀ ਧੂਪ ਆਈ ਕਿ ਬਾਬਾ ਅਮਰਦਾਸ ਜੀ ਨੇ ਕਿਹਾ ਬੇਟਾ ਮੈਨੂੰ ਉਸ ਦੇ ਕੋਲੇ ਲੈ ਚੱਲ ਜਿਹਦੀ ਬਾਣੀ ਇਹਨਾਂ ਅੰਦਰ ਨੂੰ ਖਿੱਚ ਪਾਉਂਦੀ ਹੈ। ਉਹ ਬਾਣੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਪਰ ਗੁਰਤਾ ਗੱਦੀ ਦੀ ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਸਨ। ਬੀਬੀ ਅਮਰੋ ਜੀ ਉਹਨਾਂ ਨੂੰ ਸਾਧ ਸੰਗਤ ਜੀ ਖਡੂਰ ਸਾਹਿਬ ਦੀ ਧਰਤੀ ਤੇ ਲੈ ਕੇ ਆਏ। ਇੱਥੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਧਾਂਤ ਨੂੰ ਸਮਝਿਆ। ਯਾਦ ਰੱਖਿਓ, ਜੇ ਉਮਰ ਦੇ ਹਿਸਾਬ ਨਾਲ ਦੇਖੋਗੇ ਤੇ 25 ਸਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਨਾਲੋਂ ਵੱਡੇ ਨੇ। ਜੇ ਅਸੀਂ ਬਾਹਰੀ ਤੌਰ ਤੇ ਜੇ ਦੇਖਾਂਗੇ ਨਾ ਤੇ 25 ਸਾਲ ਉਮਰ ਵਿੱਚ ਵੱਡੇ ਨੇ ਤੇ ਰਿਸ਼ਤੇਦਾਰੀ ਵੀ ਕੁੜਮਾਚਾਰੀ ਹੈ। ਪਰ ਸਾਧ ਸੰਗਤ ਜੀ, ਗੁਰੂ ਅੰਗਦ ਦੇਵ ਮਹਾਰਾਜ ਦੀ ਚਰਨ ਸ਼ਰਨ ਵਿੱਚ ਰਹਿ ਕੇ ਇੱਕ ਸਿੱਖ ਦੀ ਤਰ੍ਹਾਂ ਬਾਬਾ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਧਾਂਤ ਨੂੰ ਸਮਝਿਆ। ਮੈਂ ਉਸ ਬੰਨੇ ਨਹੀਂ ਜਾਣਾ ਚਾਹੁੰਦਾ ਕਿ ਇਤਿਹਾਸਕਾਰਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੇ ਨਾਲ ਕੀ ਬੇਇਨਸਾਫੀਆਂ ਕੀਤੀਆਂ। ਜਿਵੇਂ ਉਧਰ ਤੁਰ ਪਿਆ ਇੱਕ ਤਾਂ ਮਨ ਖਿੰਡ ਜਾਏਗਾ, ਫਿਰ ਉਧਰਲੇ ਬੰਨੇ ਸਾਡਾ ਜ਼ਿਆਦਾ ਧਿਆਨ ਕਿ ਚਲਿਆ ਜਾਏਗਾ ਕੀ ਕੁਝ। ਮੈਂ ਇਸ ਕਰਕੇ ਉਹ ਪੱਖ ਨਹੀਂ ਲੈ ਰਿਹਾ, ਮੈਂ ਸਿਰਫ ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਹ ਵਾਲਾ ਪੱਖ ਲੈਣਾ ਜੋ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਸਮਝਿਆ ਹੈ ਤੇ ਉਹਨਾਂ ਦੇ ਬਾਰੇ ਜੋ ਭੱਟ ਸਾਹਿਬਾਨਾਂ ਨੇ ਕਿਹਾ ਜਾਂ ਉਹਨਾਂ ਖੁਦ ਆਪਣੀ ਬਾਣੀ ਵਿੱਚ ਜੋ ਕਿਹਾ, ਮੈਂ ਜ਼ਿਆਦਾਤਰ ਕੇਂਦਰ ਬਿੰਦੂ ਇਸ ਗੱਲ ਦੇ ਉੱਤੇ ਰੱਖਣਾ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਉਂ ਕਹਿ ਲਓ ਕਿ ਨਿਗਾਹ ਦੇ ਵਿੱਚ ਸਾਧ ਸੰਗਤ ਜੀ ਪੂਰੇ ਖਰੇ ਉਤਰੇ, ਤੇ ਇਉਂ ਕਹਿ ਲਓ ਕਿ ਜਦੋਂ ਸੱਤਾ ਬਲਵੰਡਾ ਜੀ ਨੇ ਸਿਫਤ ਕੀਤੀ ਹੈ ਨਾ ਸਤਿਗੁਰੂ ਮਹਾਰਾਜ ਜੀ ਦੀ, ਗੁਰੂ ਨਾਨਕ ਦੇਵ ਦੀ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ, ਉਹਦੇ ਵਿੱਚ ਜਿਹੜਾ ਉਹ ਸ਼ਬਦ ਵਰਤਿਆ। ਹੁਣ ਦੇਖੋਗੇ ਤੇ ਸਾਧ ਸੰਗਤ ਜੀ ਉਹ ਲੱਗੇਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਨਾਲ ਉਮਰ ਦੇ ਵਿੱਚ 10 ਸਾਲ ਦਾ ਫਰਕ ਹੈ, ਗੁਰੂ ਅੰਗਦ ਦੇਵ ਜੀ ਨਾਲੋਂ 25 ਸਾਲ ਦਾ ਫਰਕ ਹੈ। ਪਰ ਜਦੋਂ ਸਾਧ ਸੰਗਤ ਜੀ ਇਹ ਗੱਲ ਕਹੀ, ਗੁਰਮਤਿ ਦੇ ਸਿਧਾਂਤ ਮੁਤਾਬਕ ਜਦੋਂ ਗੱਲ ਕਹੀ ਤੇ ਗੁਰੂ ਅਮਰਦਾਸ ਨੂੰ ਗੁਰੂ ਨਾਨਕ ਦੇਵ ਜੀ ਦਾ ਪੋਤਰਾ ਕਿਹਾ ਹੈ ਸੱਤਾ ਬਲਵੰਡਾ ਜੀ ਨੇ। ਉਹ ਕਹਿੰਦੇ ਪੋਤਰਾ ਪ੍ਰਵਾਨ ਚੜ ਗਿਆ, ਇਹਦਾ ਮਤਲਬ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਨੂੰ ਇਹ ਗੁਰਮਤਿ ਦੀ ਮੈਂ ਗੱਲ ਕਰਦਾ, ਗੁਰਮਤਿ ਦੀ ਫਲਸਫੀ ਵਿੱਚ ਕਿਹਾ, ਉੱਦਾਂ ਨਹੀਂ। ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਦੀ ਇਉਂ ਕਹਿ ਲਓ ਕਿ ਵਿਚਾਰਧਾਰਾ ਨੂੰ ਗੁਰੂ ਅੰਗਦ ਸਾਹਿਬ ਨੇ ਸਮਝ ਲਿਆ, ਪੁੱਤਰ ਬਣ ਗਏ ਤੇ ਉਸੇ ਨੂੰ ਗੁਰੂ ਅਮਰਦਾਸ ਨੇ ਸਮਝ ਗਿਆ ਤੇ ਪੋਤਰਾ ਬਣ ਕੇ ਉਸ ਗੱਦੀ ਤੇ ਬੈਠ ਗਏ, ਪੋਤਰਾ ਬਣ ਕੇ। ਇਸ ਰਿਸ਼ਤੇਦਾਰੀ ਨਹੀਂ, ਸਿਰਫ ਗੁਰਮਤਿ ਦਾ ਜਿਹੜਾ ਸਿਧਾਂਤ ਉਹਨਾਂ ਪੱਖ ਪੇਸ਼ ਕੀਤਾ ਹੈ। ਕਹਿਣ ਲੱਗੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਦਾ ਗੱਦੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਭ ਕੁਝ ਜਾਣਦੇ ਆ ਸਾਧ ਸੰਗਤ ਜੀ ਬਿਠਾ ਲਿਆ। ਇਉਂ ਕਹਿ ਲਓ ਕਿ 74 ਸਾਲ ਦੀ ਉਸ ਵੇਲੇ ਉਮਰ ਸਤਿਗੁਰਾਂ ਦੀ ਹੋ ਚੁੱਕੀ। ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਗੁਰਦਾ ਗੱਦੀ ਪ੍ਰਾਪਤ ਹੋਈ। ਸਾਹਿਬ ਜੀ ਨੇ ਕਿਹਾ ਗੋਇੰਦਵਾਲ ਨਗਰ ਵਸਾਉਣ ਲਈ ਧੰਨ ਗੁਰੂ ਅੰਗਦ ਦੇਵ ਜੀ ਦਾ ਹੁਕਮ ਸੀ। ਗੋਇੰਦਵਾਲ ਦਾ ਨਗਰ ਵਸਾਇਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ। ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਧ ਸੰਗਤ ਜੀ ਸਹੁਰੇ ਜਿਹੜਾ ਪਿੰਡ ਹੈ ਨਾ, ਇਹ ਸਨਖਤਰਾ ਪਿੰਡ ਹੈ, ਇਹ ਸਾਡੇ ਇਲਾਕੇ ਦਾ ਹੈ। ਸਾਡੇ ਇਲਾਕੇ ਤੋਂ ਭਾਵ ਕਿ ਬਾਰਡਰ ਦੇ ਏਰੀਏ ਵਿੱਚ ਇਹ ਖੇਮ ਕਰਨ ਵਾਲੀ ਸਾਈਡ ਦੇ ਉੱਤੇ ਪਿੰਡ ਪੈਂਦਾ। ਕਈ ਚੀਜ਼ਾਂ ਕਿਤਾਬਾਂ ਲਿਖਣ ਵਾਲੇ ਉਹ ਬੈਠੇ ਉੱਥੇ ਲਿਖ ਰਹੇ ਨੇ। ਹੁਣ ਕਿਤਾਬਾਂ ਵਿੱਚ ਲਿਖਿਆ ਵੀ ਇਹ ਜਿਹੜਾ ਪਿੰਡ ਹੈ ਪਾਕਿਸਤਾਨ 'ਚ ਰਹਿ ਗਿਆ, ਪਰ ਪਾਕਿਸਤਾਨ 'ਚ ਨਹੀਂ ਹੈ। ਇਹ ਠੀਕ ਹੈ ਕਿ ਬਿਲਕੁਲ ਹੱਦ ਦੇ ਉੱਤੇ ਹੈ, ਬਸ ਉਹਦੇ ਤੋਂ ਕਹਿ ਲਓ ਕਿ 2, 4, 5 ਕਿੱਲੇ ਪਰਾਂ ਤਾਰਾਂ ਨੇ, ਬਿਲਕੁਲ ਇਸ ਤਰ੍ਹਾਂ ਨੇੜੇ। ਇਸ ਕਰਕੇ ਲਿਖਾਰੀਆਂ ਨੇ ਉਸ ਨੂੰ ਪਾਕਿਸਤਾਨ ਵਿੱਚ ਲਿਖ ਦਿੱਤਾ, ਉਹ ਹੈ ਇੱਧਰ ਹੀ ਆਪਣੇ ਪੰਜਾਬ ਵਿੱਚ ਹੀ ਹੈ। ਤਾਂ ਮੈਂ ਕਹਿ ਰਿਹਾ ਕਈ ਵਾਰ ਹੋ ਸਕਦਾ ਕਿਸੇ ਨੇ ਪੜ੍ਹਿਆ ਹੋਵੇ ਤਾਂ ਕਵੇ ਜੀ ਉਹਦੇ ਪਾਕਿਸਤਾਨ 'ਚ ਲਿਖਣ ਵਾਲਿਆਂ ਲਿਖ ਦਿੱਤਾ। ਪਰ ਸਾਧ ਸੰਗਤ ਜੀ ਮੈਂ ਕਈ ਵਾਰ ਉਸ ਨਗਰ ਵਿੱਚ ਕਥਾ ਕਰ ਚੁੱਕਿਆ ਕਿਉਂਕਿ ਸਾਡੇ ਇਲਾਕੇ ਦਾ ਪਿੰਡ ਹੈ, ਬਹੁਤ ਵਾਰੀ ਮੈਂ ਗਿਆ। ਸਨਖਤਰਾ ਪਿੰਡ ਸਤਿਗੁਰੂ ਗੁਰੂ ਅਮਰਦਾਸ ਦੇ ਸਹੁਰਿਆਂ ਦਾ ਉਹ ਪਿੰਡ ਹੈ। ਸਾਹਿਬ ਜੀ ਦੇ ਘਰ ਵਿੱਚ 2 ਬੇਟੀਆਂ 2 ਬੇਟੇ ਨੇ, ਬੀਬੀ ਭਾਨੀ, ਬੀਬੀ ਦਾਨੀ ਜੀ ਤੇ ਸਾਧ ਸੰਗਤ ਜੀ ਬਾਬਾ ਮੋਹਣ ਤੇ ਬਾਬਾ ਮੋਹਰੀ ਜੀ ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ ਪੁੱਤਰ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਸ ਸਿਧਾਂਤ ਨੂੰ ਅੱਗੇ ਤੋਰਦਿਆਂ ਹੋਇਆਂ ਜੋ ਬਾਣੀ ਉਚਾਰਨ ਕੀਤੀ 17 ਰਾਗਾਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ। ਤੇ ਇਹ 17 ਰਾਗ ਉਹੀ ਨੇ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਆਂਦੇ ਨੇ। ਵੈਸੇ ਗੁਰੂ ਨਾਨਕ ਸਾਹਿਬ ਨੇ 19 ਰਾਗਾਂ 'ਚ ਬਾਣੀ ਉਚਾਰੀ ਹੈ, ਪਰ 19 ਰਾਗਾਂ 'ਚੋਂ 17 ਰਾਗ ਜਿਹੜੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹੀ ਚੁਣੇ ਨੇ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਦੇ। ਗੁਰੂ ਨਾਨਕ ਸਾਹਿਬ ਦੇ 2 ਰਾਗ ਤਿਲੰਗ ਤੇ ਤੁਖਾਰੀ ਜਿਹੜਾ ਹੈ ਉਹ ਅਲੱਗ ਨੇ। ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਹੁਤ ਲੰਮੀਆਂ ਬਾਣੀਆਂ। ਇੱਕ ਉਹ ਬਾਣੀ ਜਿਹੜੀ ਸਭ ਨੂੰ ਯਾਦ ਹੈ। ਜਦੋਂ ਵੀ ਸਾਧ ਸੰਗਤ ਜੀ ਦੀਵਾਨ ਦੀ ਸਮਾਪਤੀ ਹੋਏਗੀ, ਖੁਸ਼ੀ ਦਾ ਟਾਈਮ ਹੋਵੇ, ਗਮੀ ਦਾ ਟਾਈਮ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਕੁਛ ਵੀ ਹੋਵੇ, ਜਦੋਂ ਵੀ ਅਰਦਾਸ ਹੋਣੀ ਹੋਏਗੀ ਨਾ ਤੇ ਇਹ ਸਾਧ ਸੰਗਤ ਜੀ 6 ਪੌੜੀਆਂ ਤੇ ਘੱਟੋ ਘੱਟ ਪੜ੍ਹਨੀਆਂ ਹੀ ਪੈਣੀਆਂ ਸਾਨੂੰ। ਜਦੋਂ ਵੀ ਅਰਦਾਸ ਕਰਾਂਗੇ ਉਦੋਂ ਇਹ 6 ਪੌੜੀਆਂ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਵਿੱਚੋਂ ਆਪਾਂ ਲੈਂਦੇ ਹਾਂ, ਜਿਸ ਨੂੰ ਅਸੀਂ ਆਨੰਦ ਸਾਹਿਬ ਦੀ ਬਾਣੀ ਕਹਿੰਦੇ। 40 ਪੌੜੀਆਂ ਨੇ ਵੈਸੇ, ਪਰ ਜਦੋਂ ਅਸੀਂ ਭੋਗ ਤੇ ਇਹ 6 ਪੌੜੀਆਂ ਦਾ ਜਿਹੜਾ ਸਾਧ ਸੰਗਤ ਜੀ ਪਾਠ ਕਰਦੇ ਹਾਂ। ਆਓ ਸੰਖੇਪ ਜੇ ਸਮੇਂ ਵਿੱਚ ਆਪਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿੱਥੇ ਆਪਾਂ
ਜੀਵਨ ਦੀ ਗੱਲ ਕੀਤੀ। ਵੈਸੇ ਮੈਂ ਜ਼ਿਆਦਾ ਜੀਵਨ ਨੂੰ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਹਰ ਸਾਲ ਆਪਾਂ ਸੁਣਦੇ ਹਾਂ, ਮੈਂ ਉਹਦੀ ਬਾਣੀ ਵਿੱਚੋਂ ਤੇ ਭੱਟਾਂ ਦੇ ਸਵਈਆਂ ਵਿੱਚੋਂ ਜੋ ਸ਼ਬਦ ਨੇ ਉਹ ਜ਼ਿਆਦਾਤਰ ਲੈਣੇ ਆ। ਪਰ ਇਹ ਗੱਲ ਜ਼ਰੂਰ ਨਾਲ ਕਰ ਜਾਵਾਂ ਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਸਾਧ ਸੰਗਤ। ਜਦੋਂ ਅਕਬਰ ਬਾਦਸ਼ਾਹ ਆਇਆ ਉਹਨੇ ਕਿਹਾ ਮਹਾਰਾਜ ਮੈਂ ਜ਼ਮੀਨ ਜਾਇਦਾਦ ਦੇਣੀ ਚਾਹੁੰਦਾ। ਸਤਿਗੁਰਾਂ ਨੇ ਕਿਹਾ ਨਹੀਂ, ਇੱਥੇ ਕਿਸੇ ਜ਼ਮੀਨ ਜਾਇਦਾਦ ਦੀ ਲੋੜ ਨਹੀਂ, ਰਾਜਿਆਂ ਦਾ ਇੱਕ ਕੰਮ ਹੈ, ਬਾਦਸ਼ਾਹ ਦਾ ਇੱਕ ਕੰਮ ਹੈ ਪ੍ਰਜਾ ਦਾ ਭਲਾ ਕਰਨਾ। ਉਹਨੇ ਕਿਹਾ ਮਹਾਰਾਜ ਹੁਕਮ ਕਰੋ ਕੀ ਕਰਾਂ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੁਝ ਵੀ ਆਪਣੇ ਵਾਸਤੇ ਨਹੀਂ ਮੰਗਿਆ। ਯਾਦ ਰੱਖਿਓ ਜੀ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੂੰ ਬਾਦਸ਼ਾਹ ਇੱਕ ਕੰਮ ਕਰ, ਇੱਕ ਤਾਂ ਟੈਕਸ ਜਿਹੜਾ ਨਾ ਜ਼ਿਮੀਂਦਾਰਾਂ ਉੱਤੇ ਲਾਇਆ ਜਾ ਰਿਹਾ ਜ਼ਮੀਨਾਂ ਤੇ, ਇਹ ਮਾਫ ਕਰ ਦੇ। ਇਹਨਾਂ ਕੋ ਵਿਚਾਰਿਆ ਕੋ ਕਿੰਨੀ ਕਿਤੇ ਆਮਦਨ ਕਿਤੇ ਕਿੰਨੀ ਕੁ ਹੈ। ਜੇ ਅੱਜ ਦੀ ਗੱਲ ਕਰੀਏ ਤੇ ਸਾਰੇ ਸਾਨੂੰ ਪਤਾ ਹੀ ਹੈ ਜੋ ਹਾਲਾਤ ਬਣੇ ਨੇ। ਕਹਿੰਦੇ ਕਿ ਇਹਨਾਂ ਦੇ ਉੱਤੇ ਤੁਸੀਂ ਜਿਹੜਾ ਹੈ ਇੱਕ ਤਾਂ ਇਹ ਮਾਫ ਕਰ ਦੇ, ਦੂਸਰੀ ਗੱਲ ਤੂੰ ਬਾਦਸ਼ਾਹ ਹੈ। ਸਤਿਗੁਰੂ ਮਹਾਰਾਜ ਨੇ ਕਿਹਾ ਸੀ ਪ੍ਰਚਾਰ ਤਾਂ ਕੀਤਾ ਪਰ ਤੇਰੀ ਗੱਲ ਦਾ ਹੋਰ ਵੀ ਜ਼ਿਆਦਾ ਅਸਰ ਹੋਏਗਾ। ਇੱਕ ਸਤੀ ਪ੍ਰਥਾ ਦੇ ਉੱਤੇ ਕਾਨੂੰਨ ਇਹੋ ਜਿਹਾ ਬਣਾ ਦੇ ਵੀ ਇਹ ਪਾਪ ਨਾ ਹੋਵੇ। ਇਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਵਾਜ਼ ਉਠਾਈ ਹੈ ਤੇ ਉਹਨਾਂ ਨੇ ਸ਼ਬਦ ਵੀ ਵਰਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ। ਸਤੀਆਂ ਇਹ ਨਾ ਆਖੀਆਂ ਨੂੰ ਜੋ ਮੜੀਆਂ ਲੱਗ ਜਲਨ। ਕਹਿੰਦੇ ਉਹ ਸਤੀਆਂ ਨੇ ਜਿਹੜੀਆਂ ਮੜੀਆਂ ਦੇ ਵਿੱਚ ਜਾ ਕੇ ਪਾਪ ਕੇ ਪਤੀ ਨਾਲ ਮਰ ਜਾਂਦੀਆਂ, ਉਹਨਾਂ ਨੂੰ ਕੌਣ ਸਤੀਆਂ ਕਹਿੰਦਾ। ਇਹ ਵੀ ਸ਼ਬਦ ਗੁਰੂ ਅਮਰਦਾਸ ਜੀ ਦਾ ਹੈ ਜੋ ਅਸੀਂ ਸਾਧ ਸੰਗਤ ਜੀ ਲਾਵਾਂ ਦੇ ਟਾਈਮ ਤੇ ਆਨੰਦ ਕਾਰਜ ਦੇ ਟਾਈਮ ਤੇ ਪੜ੍ਹਦੇ ਆ ਨਾ ਕਿ ਧੰਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ। ਇਹ ਬਚਨ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਸਤੀ ਪ੍ਰਥਾ ਦੇ ਵਿਰੁੱਧ ਆਵਾਜ਼ ਉਠਾਈ। ਫਿਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਸਥਾਨਾਂ ਤੇ ਗਏ ਜਿਹੜੀਆਂ ਸਥਾਨਾਂ ਤੇ ਪਹਿਲਾਂ ਜਾਂਦੇ ਸਨ ਜਦੋਂ ਅਸੀਂ ਅਜੇ ਗੁਰਮਤਿ ਦੀ ਸੋਝੀ ਨਹੀਂ, ਜਦੋਂ ਗੁਰੂ ਨਾਨਕ ਦੇ ਘਰ ਵਿੱਚ ਨਹੀਂ ਆਏ। ਤੇ ਕਈ ਕਹਿੰਦੇ ਵੀ ਗੁਰੂ ਸਾਹਿਬ ਦੇ ਤੀਰਥਾਂ ਤੇ ਗਏ ਹੀ ਨਹੀਂ ਨਾ। ਬਾਣੀ 'ਚ ਹਰ ਚੀਜ਼ ਮਿਲਦੀ ਹੈ। ਸਤਿਗੁਰੂ ਮਹਾਰਾਜ ਜੀ ਗੁਰੂ ਅਮਰਦਾਸ ਦਾ ਸ਼ਬਦ ਹੈ, ਬੜਾ ਲੰਮੇਰਾ ਸ਼ਬਦ, ਮੈਂ ਇੱਕ ਪੰਕਤੀ ਲੈ ਰਿਹਾ। ਗੁਰੂ ਅਮਰਦਾਸ ਜੀ ਕਹਿੰਦੇ ਹਾਂ ਜਾਂਦੇ ਨੇ ਗੁਰੂ ਅਮਰਦਾਸ ਜੀ ਤੀਰਥਾਂ ਤੇ, ਪਰ ਤੀਰਥਾਂ ਤੇ ਉਸ ਤਰ੍ਹਾਂ ਨਹੀਂ ਜਾਂਦੇ ਜਿਵੇਂ ਪਹਿਲਾਂ ਜਾਂਦੇ ਸਨ। ਕਰਮਕਾਂਡ ਵਹਿਮ ਭਰਮ ਪਿਆ ਸੀ ਉਸ ਕਰਕੇ ਨਹੀਂ ਜਾਂਦੇ। ਹੁਣ ਕਿਉਂ ਜਾਂਦੇ ਨੇ? ਸਤਿਗੁਰੂ ਗੁਰੂ ਅਮਰ ਰਾਮਦਾਸ ਦਾ ਸ਼ਬਦ ਹੈ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਾਹਰਣ ਅਰਥਾ। ਹੁਣ ਲੋਕਾਂ ਦੇ ਉਧਾਰ ਵਾਸਤੇ ਜਾਂਦੇ ਆ ਕਿ ਮੈਂ ਆਪਣੇ ਭਰਾਵਾਂ ਨੂੰ ਸਮਝਾਵਾਂ। ਮੈਂ ਵੀ ਇੱਥੇ 21 ਸਾਲ ਆਉਂਦਾ ਰਿਹਾ, ਕੁਝ ਨਹੀਂ ਜੇ ਮੈਨੂੰ ਮਿਲਿਆ, ਮੈਂ ਤੁਹਾਨੂੰ ਸਮਝਾਉਣਾ ਹੈ, ਆਓ ਤੁਹਾਨੂੰ ਅਕਾਲ ਪੁਰਖ ਪਰਮਾਤਮਾ ਨਾਲ ਜੋੜ। ਇਸ ਕਰਕੇ ਗਏ ਸਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ। ਖੈਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਰਮਣ ਕੀਤਾ, ਸਾਧ ਸੰਗਤ ਜੀ ਗੁਰਮਤਿ ਦਾ ਪ੍ਰਚਾਰ ਕੀਤਾ, ਸੰਗਤਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਦੇ ਪਏ ਨੇ। ਆਓ ਸਤਿਗੁਰੂ ਗੁਰੂ ਅਮਰਦਾਸ ਦੀ ਹੁਣ ਸਿਫਤ ਵਿੱਚ ਕੀ ਕਹਿੰਦੇ ਨੇ ਭੱਟ ਸਾਹਿਬਾਨ। ਕਹਿੰਦੇ ਨੇ ਕਿ ਉਹਨਾਂ ਦੇ ਗੁਣ ਜੇ ਕੋਈ ਕਵੇ ਮੈਂ ਸ਼ਬਦਾਂ 'ਚ ਬਿਆਨ ਕਰ ਲਵਾਂ, ਨਹੀਂ ਜੇ ਬਿਆਨ ਕੀਤੇ ਜਾ ਸਕਦੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਣ ਸ਼ਬਦ ਤੁਸੀਂ ਸਰਵਣ ਕੀਤਾ ਹੈ ਰਾਗੀ ਸਿੰਘ ਜਥੇ ਪਾਸੋਂ ਵੀ, ਔਰ ਬੜਾ ਪ੍ਰਚਲਿਤ ਸ਼ਬਦ ਹੈ। ਜਦੋਂ ਗੁਰੂ ਅਮਰਦਾਸ ਦਾ ਪ੍ਰਕਾਸ਼ ਪੁਰਬ ਹੋਵੇਗਾ ਹਰ ਰਾਗੀ ਸਿੰਘ ਹਰ ਕਥਾ ਵਾਚ ਕੇ ਸ਼ਬਦ ਜ਼ਰੂਰ ਕੋਟ ਕਰਦਾ ਹੈ। ਉਹ ਸ਼ਬਦ ਹੈ ਘਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੇ। ਇਹਦੇ ਅਰਥ ਇਹ ਨੇ ਕਿ ਜਦੋਂ ਸਾਧ ਸੰਗਤ ਜੀ ਮੀਂਹ ਪੈਂਦਾ ਹੋਵੇ, ਕਣੀਆਂ ਡਿੱਗਦੀਆਂ ਹੋਣ ਤੇ ਇਹਨਾਂ ਕਣੀਆਂ ਨੂੰ ਕੌਣ ਗਿਣ ਸਕਦਾ ਹੈ। ਘਨ ਹਰ ਬੂੰਦ ਬਸੋ ਰੋਮਾਵਲ ਕਹਿਣ ਲੱਗੇ ਕੁਸਮ ਬਸੰਤ ਗਨੰਤ ਨਾ ਆਵੇ। ਕੁਸਮ ਫੁੱਲ, ਬਸੰਤ ਦੀ ਰੁੱਤ ਵਿੱਚ ਜਦੋਂ ਖਿੰਡਦੇ ਹੈ, ਕੌਣ ਫੁੱਲ ਗਿਣ ਸਕਦਾ ਹੈ, ਕਣੀਆਂ ਕੌਣ ਗਿਣ ਸਕਦਾ ਹੈ। ਘਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੇ। ਰਬ ਸਸ ਕਿਰਨ ਉਦਰ ਸਾਗਰ ਕੋ ਸੂਰਜ ਤੇ ਚੰਦਰਮਾ, ਇਹਨਾਂ ਦੀਆਂ ਕਿਰਨਾਂ ਕੌਣ ਗਿਣ ਸਕਦਾ ਹੈ। ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਗੰਗਾ ਜਾਂ ਇਹੋ ਕਹਿ ਲਓ ਸਮੁੰਦਰ ਦਾ ਤਲ ਕੌਣ ਦੱਸ ਸਕਦਾ ਹੈ, ਉਹਦੀਆਂ ਲਹਿਰਾਂ ਜਾਂ ਉਹਦੀ ਡੰਗਿਆਈ ਨੂੰ ਕੌਣ ਨਾਪ ਸਕਦਾ ਹੈ। ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬਜਨ ਭੱਲ ਉਹਨੇ ਜੋ ਗਾਵੇ। ਭੱਲ ਜਿਹੜਾ ਹੈ ਸਾਧ ਸੰਗਤ ਜੀ ਭੱਟ ਸਾਹਿਬਾਨ ਦਾ ਨਾਮ ਹੈ। ਕਹਿਣ ਲੱਗੇ ਕੋਈ ਕਿੰਨੀਆਂ ਸਮਾਧੀਆਂ ਲਾ ਲਵੇ, ਕਿੰਨਾ ਵੀ ਕੋਈ ਗਿਆਨਵਾਨ ਬਣ ਜਾਵੇ, ਗੁਰੂ ਅਮਰਦਾਸ ਦੀ ਸਿਫਤ ਵਿੱਚ ਕੋਈ ਕਵੇ ਕਿ ਮੈਂ ਉਹਨਾਂ ਦੇ ਗੁਣ ਗਿਣ ਲਵਾਂ, ਨਹੀਂ ਬਿਆਨ ਕੀਤੇ ਜਾ ਸਕਦੇ। ਭੱਲ ਜਿਹੜਾ ਸਾਧ ਸੰਗਤ ਜੀ ਭੱਟ ਹੈ, ਭੱਲ ਉਹ ਕਹਿ ਰਿਹਾ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭੱਲ ਉਹਨੇ ਜੋ ਗਾਵੇ। ਭੱਲੇ ਅਮਰਦਾਸ ਗੁਣ ਤੇਰੇ, ਭੱਲਿਆਂ ਦੀ ਕੁਲ ਵਿੱਚੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋ ਹੈ ਬਣ ਆਵੇ। ਤੇਰੀ ਉਪਮਾ ਤੇਰੀ ਵਡਿਆਈ ਤੇਹੋ ਤੇਰੇ ਜਿਹਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੂੰ ਹੀ ਹੈ। ਆਓ ਦੂਸਰਾ ਸਵਈਆ ਭੱਟ ਸਾਹਿਬਾਨ ਕਹਿੰਦੇ ਨੇ ਗੁਰੂ ਅਮਰਦਾਸ ਦੇ ਸੰਬੰਧ ਵਿੱਚ, ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਨੂੰ ਧਿਆਇਆ। ਆਹ ਨੁਕਤਾ ਸਮਝਣ ਵਾਲਾ ਹੈ। ਸਤਿਗੁਰਾਂ ਦੇ ਪ੍ਰਕਾਸ਼ ਸਾਧ ਸੰਗਤ ਜੀ ਹਰ ਸਾਲ ਆਪਾਂ ਮਨਾਉਂਦੇ ਰਹਿਣਾ ਹੈ, ਪਰ ਗੁਰੂ ਜੀ ਦੇ ਜੀਵਨ ਤੋਂ ਸਿੱਖਿਆ ਕੀ ਲਈਏ।
ਭੱਟ ਸਾਹਿਬਾਨ ਕਹਿੰਦੇ ਆਹ ਸਿੱਖਿਆ ਲੈ ਲਓ ਗੁਰੂ ਅਮਰਦਾਸ ਦੇ ਜੀਵਨ ਵਿੱਚੋਂ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਨੂੰ ਪੜ੍ਹਿਆ, ਭਾਵ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਉਹਨਾਂ ਨੇ ਪੜ੍ਹਿਆ, ਇੱਕ ਨੂੰ ਧਿਆਇਆ, ਇੱਕ ਨੂੰ ਸਿਮਰਿਆ, ਇੱਕ ਨੂੰ ਉਹਨਾਂ ਸੁਪਨੇ ਵਿੱਚ ਵੀ ਇੱਕ ਵੇਖਿਆ, ਪ੍ਰਤੱਖ ਵੀ ਇੱਕ ਹੀ ਵੇਖਿਆ। ਉਹਨਾਂ ਦੀਆਂ ਅੱਖਾਂ ਵਿੱਚ, ਉਹਨਾਂ ਦੇ ਬੋਲਾਂ ਵਿੱਚ ਇੱਕ ਹੀ ਰਮਿਆ ਹੋਇਆ ਹੈ। ਇੱਕ ਦੀ ਗੱਲ ਕੀਤੀ ਗੁਰੂ ਅਮਰਦਾਸ ਦੇ ਸੰਬੰਧ ਵਿੱਚ ਕਹਿੰਦੇ ਨੇ, ਤੈ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੂੰਹ ਇੱਕ ਇੱਕ, ਦੋਹੇ ਠਾਏ ਨਾ ਜਾਣਿਓ। ਤੇਰੇ ਅੰਦਰ ਗੁਰੂ ਅਮਰਦਾਸ ਜੀ ਦਵੈਸ਼ ਨਾਂ ਦੀ ਕੋਈ ਚੀਜ਼ ਨਹੀਂ, ਦੂਜਾ ਤੇਰੇ ਅੰਦਰ ਆਇਆ ਹੀ ਕੋਈ ਨਹੀਂ। ਹੁਣ ਅਸੀਂ ਝਾਤ ਮਾਰ ਕੇ ਨਾਲ ਹੀ ਦੇਖ ਲੈਣਾ ਕਿ ਸਾਡੀ ਇੱਕ ਉੱਤੇ ਹੀ ਟੇਕ ਆ ਕਿ ਜਾਂ ਕਿੰਨਿਆਂ ਕਿਤੇ ਹੈ। ਤੈ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੂੰਹ ਇੱਕ ਇੱਕ, ਦੋਏ ਠਾਏ ਨਾ ਜਾਣਿਓ, ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮੈ ਲੀਣੋ, ਤੀਸ ਇੱਕ ਯਾਰ ਪੰਜ ਸਿੱਧ 35 ਨਾ ਖੀਣੋ, ਇੱਕੋ ਜੇ ਲੱਖ ਲੱਖੋ ਅਲਖ ਹੈ, ਇੱਕ ਇੱਕ ਕਰ ਵਰਨਿਓ, ਗੁਰੇ ਅਮਰਦਾਸ ਜਾਲਬ ਭਣੈ, ਤੂੰ ਇੱਕ ਲੋੜੈ ਇੱਕ ਮੰਨਿਓ। ਹੇ ਗੁਰੂ ਅਮਰਦਾਸ ਮਹਾਰਾਜ ਜੀ, ਤੁਸੀਂ ਆਪਣੀ ਜ਼ਿੰਦਗੀ ਵਿੱਚ ਲੋੜਿਆ ਵੀ ਇੱਕ ਨੂੰ, ਮੰਨਿਆ ਵੀ ਇੱਕ ਨੂੰ, ਧਿਆਇਆ ਵੀ ਇੱਕ ਨੂੰ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਇੱਕ ਤੋਂ ਬਿਨਾਂ ਤੁਹਾਡੇ ਅੰਦਰ ਦੂਜਾ ਕੋਈ ਹੈ ਨਹੀਂ। ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਿਫਤ ਵਿੱਚ ਕਹਿੰਦੇ ਇੱਕ ਸਵਈਆ ਹੋਰ ਕਹਿ ਕੇ ਫਿਰ ਗੁਰੂ ਅਮਰਦਾਸ ਦੀ ਬਾਣੀ ਵਿੱਚੋਂ ਕੁਝ ਆਪਾਂ ਪ੍ਰਮਾਣ ਲਵਾਂਗੇ। ਤੀਸਰਾ ਸਵਈਆ ਗੁਰੂ ਅਮਰਦਾਸ ਦੇ ਸੰਬੰਧ ਵਿੱਚ ਕਹਿੰਦੇ ਨੇ, ਹੇ ਗੁਰੂ ਅਮਰਦਾਸ ਮਹਾਰਾਜ ਜੀ, ਜਦੋਂ ਕੋਈ ਜੀਵ ਚੱਲਦਾ ਤੁਹਾਡੇ ਦਰਸ਼ਨ ਕਰਨ ਵਾਸਤੇ, ਪਹਿਲੀ ਕਿਰਪਾ ਤੁਸੀਂ ਉਹਦੇ ਉੱਤੇ ਇਹ ਵਰਤਾਉਂਦੇ ਹੋ ਕਿ ਜਿਹੜਿਆਂ ਪੈਰਾਂ ਨਾਲ ਚੱਲ ਕੇ ਜੀਵ ਤੁਹਾਡੇ ਚਰਨਾਂ ਵਿੱਚ ਆਉਂਦਾ ਉਹਦੇ ਪੈਰ ਸਫਲੇ ਹੋ ਜਾਂਦੇ ਆ। ਸਾਧ ਸੰਗਤ ਜੀ, ਜਿਹੜੇ ਕਦਮ ਅਸੀਂ ਚੱਲ ਕੇ ਆਉਨੇ, ਜਿਹੜੇ ਪੈਰਾਂ ਨਾਲ ਚੱਲ ਕੇ ਆਉਨੇ ਆ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਉਹਦੇ ਉੱਤੇ ਇਹ ਕਿਰਪਾ ਕਰਦੇ ਹੋ, ਉਹਦੇ ਪੈਰ ਸਫਲ ਹੋ ਗਏ, ਜਿਹੜਾ ਜੀਵ ਤੁਹਾਡੇ ਨਕਸ਼ੇ ਕਦਮਾਂ ਤੇ ਤੁਰ ਪਿਆ। ਦੂਸਰਾ ਬਚਨ, ਹੇ ਗੁਰੂ ਅਮਰਦਾਸ ਮਹਾਰਾਜ ਜੀ, ਉਸ ਜੀਵ ਦੇ ਤੁਸੀਂ ਹੱਥ ਸਫਲੇ ਕਰ ਦਿੱਤੇ ਜਿਸ ਜੀਵ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਨੂੰ ਛੋਹ ਲਿਆ ਹੈ। ਅੱਜ ਕਹਾਂਗੇ ਤੇ ਸਾਧ ਸੰਗਤ ਜੀ ਤੁਸੀਂ ਕਹੋਗੇ ਵੀ ਹੁਣ ਗੁਰੂ ਦੇ ਚਰਨ ਕਿਹੜੇ ਨੇ ਜਿਨ੍ਹਾਂ ਨੂੰ ਅਸੀਂ ਹੱਥ ਲਾਈਏ? ਬਾਣੀ 'ਚ ਸਾਰੇ ਉੱਤਰ ਦਿੱਤੇ ਨੇ। ਸਾਹਿਬ ਜੀ ਕਹਿੰਦੇ ਨੇ, ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ, ਗੁਰੂ ਦਾ ਸ਼ਬਦ ਹੀ ਸਾਡੇ ਵਾਸਤੇ ਗੁਰੂ ਦੇ ਚਰਨ ਨੇ। ਅੱਜ ਕਹਾਂਗੇ ਤੇ ਸਾਧ ਸੰਗਤ ਇਹਨਾਂ ਹੱਥਾਂ ਨਾਲ ਜਦੋਂ ਅਸੀਂ ਸੰਗਤ ਵਿੱਚ ਆ ਕੇ ਕਿਸੇ ਪ੍ਰਕਾਰ ਦੀ ਵੀ ਸੇਵਾ ਕਰਦੇ ਹਾਂ, ਉਦੋਂ ਕਹਿ ਲਓ ਗੁਰੂ ਨੇ ਸਾਡੇ ਹੱਥ ਸਫਲੇ ਕਰਤੇ। ਤੀਸਰਾ ਬਚਨ ਕਿਹਾ, ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ, ਜਿਹੜਾ ਜੀਵ ਆਪਣੀ ਰਸਨਾ ਨਾਲ, ਜ਼ੁਬਾਨ ਨਾਲ ਤੁਹਾਡੀ ਸਿਫਤ ਕਰੇ, ਤੁਸੀਂ ਉਹਦੀ ਜ਼ੁਬਾਨ ਸਫਲੀ ਕਰ ਦਿੰਦੇ, ਉਹਦੀ ਰਸਨਾ ਸਫਲੀ ਹੋ ਜਾਂਦੀ ਹੈ। ਚੌਥਾ ਬਚਨ ਕਿਹਾ, ਹੇ ਗੁਰੂ ਅਮਰਦਾਸ ਮਹਾਰਾਜ ਜੀ, ਜਿਹੜਾ ਜੀਵ ਤੁਹਾਡੇ ਆ ਕੇ ਦਰਸ਼ਨ ਕਰ ਲੈ ਨੇਤਰਾਂ ਅੱਖਾਂ ਦੇ ਨਾਲ, ਤੁਸੀਂ ਉਹਦੇ ਨੇਤਰ, ਉਹਦੀਆਂ ਅੱਖਾਂ ਸਫਲੀਆਂ ਕਰ ਦਿੱਤੀਆਂ। ਇਸ ਤੋਂ ਅਗਲਾ ਬਚਨ ਕਿਹਾ, ਹੇ ਗੁਰੂ ਅਮਰਦਾਸ ਮਹਾਰਾਜ ਜੀ, ਜਿਹੜੇ ਜੀਵ ਨੇ ਆਪਣੇ ਕੰਨਾਂ ਨਾਲ ਤੁਹਾਡੇ ਬਚਨ ਸੁਣ ਲਏ, ਤੁਸੀਂ ਉਸ ਜੀਵ ਉੱਤੇ ਕਿਰਪਾ ਕਰਕੇ ਹੇ ਮਹਾਰਾਜ ਉਹਦੇ ਕੰਨ ਸਫਲੇ ਕਰ ਦਿੱਤੇ। ਅਖੀਰ ਵਿੱਚ ਕਹਿੰਦੇ ਨੇ, ਹੇ ਗੁਰੂ ਅਮਰਦਾਸ ਮਹਾਰਾਜ ਜੀ, ਜਿਹੜਾ ਜੀਵ ਤੁਹਾਡੇ ਚਰਨਾਂ 'ਚ ਆ ਕੇ ਆਪਣਾ ਸਿਰ ਝੁਕਾ ਦਿੰਦਾ ਹੈ, ਤੁਸੀਂ ਉਸ ਜੀਵ ਦਾ ਸਿਰ ਵੀ ਸਫਲਾ ਕਰ ਦਿੰਦੇ ਹੋ, ਉਹਦਾ ਸਾਡਾ ਜੀਵਨ ਹੀ ਸਫਲਾ ਕਰ ਦਿੰਦੇ ਹੋ। ਇਹ ਬਚਨ ਭੱਟ ਸਾਹਿਬਾਨਾਂ ਦੇ ਨੇ ਜੋ ਗੁਰੂ ਅਮਰਦਾਸ ਦੀ ਸਿਫਤ ਵਿੱਚ ਕਹੇ ਨੇ, ਜਿਸ ਦੀ ਮੈਂ ਵਿਆਖਿਆ ਕੀਤੀ। ਉਹ ਸਵਈਆ ਹੈ ਚਰਨ ਤਾਂ ਪਰ ਸਕਿਆਤ, ਜੋ ਸ਼ੁਰੂ ਵਿੱਚ ਮੈਂ ਤੁਹਾਨੂੰ ਇਹ ਸਵਈਆ ਸਰਵਣ ਵੀ ਕਰਵਾਇਆ ਸੀ। ਇੱਕ ਇੱਕ ਨੁਕਤਾ ਸਮਝਣ ਵਾਲਾ। ਚਰਨ ਤਾਂ ਪਰ ਸਕਿਆਤ, ਚਰਨ ਸਾਧ ਸੰਗਤ ਜੀ ਪੈਰ ਸਾਡੇ ਜਿਨ੍ਹਾਂ ਨਾਲ ਅਸੀਂ ਚੱਲਦੇ ਹਾਂ, ਇਹ ਤਾਂ ਸਕਿਆਤ ਨੇ, ਸਕਿਆਤ ਮੈਨੇ ਸਫਲ। ਚਰਨ ਤਾਂ ਪਰ ਸਕਿਆਤ, ਚਰਨ ਗੁਰ ਅਮਰ ਪਾਵਲ ਰਹਿ, ਗੁਰੂ ਅਮਰਦਾਸ ਮਹਾਰਾਜ ਜੀ ਦੇ ਮਾਰਗ ਤੇ ਚੱਲਣ ਵਾਲੇ। ਇਹੋ ਚਰਨ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਇਹ ਕਰਮ ਕਰੋ, ਉਹਨਾਂ ਕਰਮਾਂ ਨੂੰ ਕਮਾਉਣ ਵਾਲੇ ਬੰਨੇ ਤੁਰਨ ਵਾਲੇ ਚਰਨ ਜਿਹੜੇ ਨੇ, ਭੱਟ ਸਾਹਿਬਾਨ ਕਹਿੰਦੇ ਤੁਸੀਂ ਕਿਰਪਾ ਕੀਤੀ, ਮਹਾਰਾਜ ਉਹਦੇ ਸਫਲੇ ਕਰ ਦਿੱਤੇ। ਚਰਨ ਤਾਂ ਪਰ ਸਕਿਆਤ, ਚਰਨ ਗੁਰ ਅਮਰ ਪਾਵਲ ਰਹਿ, ਹੱਥ ਤਾਂ ਪਰ ਸਕਿਆਤ, ਹੱਥ ਲੱਗੈ ਗੁਰੇ ਅਮਰ ਪੈ। ਜਿਹੜੇ ਹੱਥ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਨੂੰ ਲੱਗ ਗਏ, ਸਤਿਗੁਰੂ ਨੇ ਸਫਲੇ ਕਰਤੇ। ਜੀਹੀ ਤਾਂ ਪਰ ਸਕਿਆਤ, ਜੀ ਮੈਨੇ ਜੀਵ, ਸਕਿਆਤ ਦੇ ਮੈਂ ਅਰਥ ਕੀਤੇ ਹੈ ਸਫਲ। ਜੀਹੀ ਤਾਂ ਪਰ ਸਕਿਆਤ, ਜੀਹੀ ਗੁਰ ਅਮਰ ਭਣੀਜੈ, ਭਣੀਜੇ ਮੈਨੇ ਉਚਾਰਨ ਕਰੇ, ਗੁਰੂ ਅਮਰਦਾਸ ਦੀ ਸਿਫਤ ਕਰੇ, ਗੁਰੂ ਗੁਰੂ ਕਰੇ ਮੁਖ ਤੋਂ। ਕਹਿਣ ਲੱਗੇ ਗੁਰੂ ਗੁਰੂ ਜਪਣ ਵਾਲੇ ਜੀਵ ਦੀ ਰਸਨਾ ਪਵਿੱਤਰ ਹੋ ਗਈ। ਭੱਟ ਸਾਹਿਬਾਨ ਕਹਿੰਦੇ, ਨੈਣ ਤਾਂ ਪਰ ਸਕਿਆਤ, ਨੈਣ ਗੁਰ ਅਮਰ ਪਖਿਜੈ, ਪਖਿਜੇ ਮੈਨੇ ਵੇਖਣਾ। ਜਿਹੜੇ ਨੇਤਰ ਸਤਿਗੁਰੂ ਗੁਰੂ ਅਮਰਦਾਸ ਨੂੰ ਵੇਖਦੇ ਨੇ, ਮੇਰੀ ਬੇਨਤੀ ਸਮਝਿਓ,
ਗੁਰੂ ਅਮਰਦਾਸ ਦਾ ਅਸੀਂ ਜੀਵਨ ਕਹਿ ਰਹੇ, ਉਹਨਾਂ ਦੇ ਸੰਬੰਧ ਵਿੱਚ ਕਹਿ ਰਹੇ, ਤਾਂ ਧਿਆਨ ਰੱਖਿਓ ਇਹ ਬਚਨ ਅਜੋਕੇ ਯੁੱਗ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਸਤੇ ਵਰਤਨੇ ਪੈਣਗੇ, ਕਿਉਂਕਿ ਹੁਣ ਜੋਤ ਉਹੀ ਹੈ ਨਾ। ਇਸ ਕਰਕੇ ਜਿਹੜੇ ਜਿੰਨੇ ਵੀ ਬਚਨ ਨੇ ਵੀ ਜੋ ਗੁਰੂ ਦੇ ਅਮਰਦਾਸ ਦੇ ਮਾਰਗ ਵਾਲੇ ਬੰਨੇ ਆਉਂਦੇ, ਗੁਰੂ ਗ੍ਰੰਥ ਸਾਹਿਬ ਕਹਿਣਾ ਪਏਗਾ। ਜਿਹੜੇ ਰਸਨਾ ਗੁਰੂ ਅਮਰਦਾਸ ਦੀ ਸਿਫਤ ਭਾਵ ਕਿ ਗੁਰੂ ਅਮਰਦਾਸ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੇ ਬਚਨ, ਜਿਹੜੇ ਨੇਤਰ ਗੁਰੂ ਅਮਰਦਾਸ ਨੂੰ ਵੇਖਦੇ ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਹੜੇ ਗੁਰੂ ਅਮਰਦਾਸ ਦੇ ਬਚਨ ਸੁਣਦੇ ਕੰਨ ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਤੋਂ ਇਸ ਤਰ੍ਹਾਂ ਜੋਤ ਉਹੀ ਹੈ ਨਾ। ਇਸ ਕਰਕੇ ਅੱਜ ਦੇ ਅਸੀਂ ਜਦੋਂ ਸੰਦਰਭ ਵਿੱਚ ਇਹਦੇ ਅਰਥ ਕਰਾਂਗੇ ਤਾਂ ਇਹਨਾਂ ਨੂੰ ਸਿਫਤ ਗੁਰੂ ਅਮਰਦਾਸ ਦੀ ਕੀਤੀ ਹੈ, ਪਰ ਜੋਤ ਉਹੀ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਬਦ ਕਹਿਣਾ ਪਏਗਾ। ਕਹਿਣ ਲੱਗੇ ਜੀਹੀ ਤਾਂ ਪਰਸ ਕਿਆਤ ਜੀਹੀ ਗੁਰ ਅਮਰ ਭਣੀਜੈ, ਨੈਣ ਤਾਂ ਪਰਸ ਕਿਆਤ ਨੈਣ ਗੁਰ ਅਮਰ ਪਖੀਜੈ, ਸ਼ਰਵਣ ਸ਼ਰਵਣ ਮੈਣੇ ਸਰੋਤ ਕੰਨ, ਸ਼ਰਵਣ ਤਾਂ ਪਰਸ ਕਿਆਤ ਸ਼ਰਵਣ ਗੁਰ ਅਮਰ ਸੁਨੀਜੈ, ਸਕਿਆਤ ਸੋ ਹੀਓ ਜਿਤ ਹੀ ਬਸੇ ਹੀਓ ਮੈਨੇ ਹਿਰਦਾ। ਇਸ ਹਿਰਦੇ ਵਿੱਚ ਗੁਰੂ ਅਮਰਦਾਸ ਦਾ ਬਚਨ ਸ਼ਬਦ ਟਿਕ ਜਾਏ ਤੇ ਜਾਲਪ ਭੱਟ ਕਹਿੰਦਾ ਹੈ ਉਸ ਜੀਵ ਦਾ ਜੀਵਨ ਸਫਲਾ ਹੋ ਗਿਆ। ਸਕਿਆਤ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ, ਜਗਤ ਦਾ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ। ਤੇ ਭੱਟ ਜਾਲਪ ਕਹਿ ਰਿਹਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸਿਫਤ ਵਿੱਚ ਕਹਿੰਦਾ ਮਹਾਰਾਜ ਕਿ ਕੱਲਾ ਨੇਤਰ ਕੰਨ ਪੈਰ ਤੇ ਹੱਥ ਜਾਂ ਹਿਰਦਾ ਹੀ ਨਹੀਂ ਸਫਲ ਉਹਦਾ ਹੁੰਦਾ, ਜਿਸ ਜੀਵ ਨੇ ਤੁਹਾਡੇ ਚਰਨਾਂ 'ਚ ਆ ਕੇ ਆਪਣਾ ਸਿਰ ਰੱਖ ਦਿੱਤਾ ਹੈ, ਤੁਸੀਂ ਉਹਦਾ ਸਿਰ ਸਫਲ ਕਰਤਾ ਭਾਵ ਕਿ ਉਹਨੂੰ ਆਪਣੀ ਮੱਤ ਦੇ ਦਿੱਤੀ। ਭੱਟ ਸਾਹਿਬਾਨ ਦਾ ਅਖੀਰਲਾ ਬਚਨ ਹੈ, ਕਹਿਣ ਲੱਗੇ ਕਿ ਸਕਿਆਤ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਗੁਰੂ ਅਮਰਦਾਸ ਮਹਾਰਾਜ ਨੂੰ ਜਿਹੜਾ ਨਿਤ ਆਪਣਾ ਸਿਰ ਝੁਕਾਉਂਦਾ ਹੈ, ਇਹੋ ਕਹਿ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਓ ਇਹ ਤਾਂ ਅਸੀਂ ਸਤਿਗੁਰੂ ਗੁਰੂ ਅਮਰਦਾਸ ਦੀ ਸਿਫਤ ਵਿੱਚ 3 ਸਵਈਏ ਭੱਟ ਸਾਹਿਬਾਨਾਂ ਦੇ ਜੋ ਮੈਂ ਆਪ ਜੀ ਨੂੰ ਸਰਵਣ ਕਰਵਾਏ। ਰਹਿੰਦੇ ਸਮੇਂ ਵਿੱਚ ਆਪਾਂ ਸਾਧ ਸੰਗਤ ਜੀ ਹੁਣ ਗੁਰੂ ਅਮਰਦਾਸ ਦੀ ਬਾਣੀ ਵਿੱਚੋਂ ਕੇਵਲ ਉਹਨਾਂ ਦੀ ਬਾਣੀ ਦੇ ਸ਼ਬਦ ਹੀ ਆਪਾਂ ਲਵਾਂਗੇ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਹੈ, ਕਹਿਣ ਲੱਗੇ ਹਰ ਕੋਈ ਆਪਣੇ ਆਪ ਨੂੰ ਸਿੱਖ ਤਾਂ ਅਖਵਾਏਗਾ। ਅਸੀਂ ਸਾਰੇ ਕਹਿੰਦੇ ਅਸੀਂ ਸਿੱਖ ਹਾਂ, ਪਰ ਗੁਰੂ ਅਮਰਦਾਸ ਨੂੰ ਪੁੱਛ ਕੇ ਵੇਖੋ ਮਹਾਰਾਜ ਸਿੱਖ ਕੌਣ ਹੈ, ਤੇ ਸਾਹਿਬ ਦਾ ਬਚਨ ਹੈ ਸੋ ਸਿੱਖ ਸਖਾ। ਇਹ ਵੀ ਗੁਰੂ ਅਮਰਦਾਸ ਦਾ ਬਚਨ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸਤਿਗੁਰੂ ਨੂੰ ਪੁੱਛੀਏ ਮਹਾਰਾਜ ਹਰ ਕੋਈ ਕਹਿੰਦਾ ਮੈਂ ਸੇਵਾਦਾਰ ਹਾਂ, ਮੈਂ ਸੇਵਕ ਹਾਂ। ਮਹਾਰਾਜ ਸੇਵਾ ਕੈਸੀ, ਕੌਣ ਪ੍ਰਵਾਨ ਚੜ੍ਹਦਾ, ਤੇ ਮਹਾਰਾਜ ਕਿਹੜੀ ਸੇਵਾ ਪ੍ਰਵਾਨ ਚੜ੍ਹ ਜਾਂਦੀ, ਕੌਣ ਸੇਵਕ। ਤੇ ਗੁਰੂ ਅਮਰਦਾਸ ਦਾ ਬਚਨ ਇਹ ਵੀ ਸਤਿਗੁਰੂ ਦਾ ਹੀ ਬਚਨ ਹੈ, ਹਸਤੀ ਸਿਰ ਜਿਉ ਅੰਕਸ ਹੈ, ਆਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਊਬੀ ਸੇਵ ਕਰੈ, ਇਉ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾ ਲੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਸੇਵਾ ਕਿਸ ਤਰ੍ਹਾਂ, ਕਹਿੰਦੇ ਜਿਵੇਂ ਹਾਥੀ ਦੇ ਸਿਰ ਮੱਥੇ ਉੱਤੇ ਕੁੰਡਾ ਮਾਰਨ ਵਾਲਾ ਮੁਹਾਵਤ ਕੁੰਡਾ ਮਾਰਦਾ, ਤੇ ਜਦੋਂ ਕੁੰਡਾ ਮਾਰ ਕੇ ਉਸ ਮੁਹਾਵਤ ਨੇ ਹਾਥੀ ਨੂੰ ਜਿੱਧਰ ਨੂੰ ਲਿਜਾਣਾ ਹੋਵੇ ਉਸ ਕੁੰਡੇ ਦੇ ਇਸ਼ਾਰੇ ਤੇ ਹੀ ਚੱਲਦਾ ਹੈ। ਆਪਣਾ ਇਸ ਤਰ੍ਹਾਂ ਆਪਣਾ ਆਪ ਸਮਰਪਿਤ ਕਰ ਦੇ। ਦੂਸਰੀ ਉਦਾਹਰਨ ਦਿੱਤੀ ਅਹਰਨ ਦੀ, ਜੋ ਲੋਹਾਰ ਦੇ ਕੋਲੇ ਕੰਮ ਕਰਨ ਵਾਲਾ ਇੱਕ ਸਾਧ ਸੰਗਤ ਜੀ ਲੋਹੇ ਦਾ ਟੁਕੜਾ ਹੈ, ਸੁਨਿਆਰੇ ਦੇ ਕੋਲੇ ਕੰਮ ਕਰਨ ਵਾਲਾ ਵੀ ਇੱਕ ਲੋਹੇ ਦਾ ਟੁਕੜਾ ਜਿਹਦੇ ਉੱਤੇ ਉਹ ਸੋਨੇ ਦੀ ਘਾਟ ਕੱਢਦਾ, ਉਸ ਨੂੰ ਘੜਦਾ ਹੈ, ਉਸ ਨੂੰ ਸਾਧ ਸੰਗਤ ਜੀ ਲਾਲ ਕਰਕੇ ਉਹਦੇ ਉੱਤੇ ਨੂੰ ਰੱਖ ਕੇ ਰੀਝ ਦੇ ਨਾਲ ਕੁੱਟਦਾ, ਜਿਹੜੀ ਚੀਜ਼ ਬਣਾਉਣੀ ਹੋਵੇ ਉਹਨੂੰ ਬਣਾ ਸਕਦਾ। ਇਸ ਤਰ੍ਹਾਂ ਲੋਹਾਰ ਦੇ ਕੋਲੇ ਇੱਕ ਟੁਕੜਾ ਹੁੰਦਾ ਲੋਹੇ ਦਾ, ਉਹਨੂੰ ਅਹਰਨ ਕਹਿੰਦੇ। ਸਤਿਗੁਰੂ ਕਹਿੰਦੇ ਜਿਵੇਂ ਆਪਣਾ ਆਪ ਉਹਨੇ ਸਮਰਪਿਤ ਕੀਤਾ, ਇਸੇ ਤਰ੍ਹਾਂ ਤੂੰ ਆਪਣਾ ਆਪ ਸਮਰਪਿਤ ਕਰ ਦੇ, ਇਉਂ ਫਿਰ ਰਾਜ ਸ੍ਰਿਸ਼ਟੀ ਦਾ ਤੈਨੂੰ ਮਿਲ ਜਾਏਗਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਸਾਧ ਸੰਗਤ ਜੀ ਆਨੰਦ ਸਾਹਿਬ ਦੀ ਬਾਣੀ ਵਿੱਚੋਂ। ਮੇਰੇ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਦੋਂ ਪੁੱਛੋ ਮਹਾਰਾਜ ਸਾਡੇ ਜੀਵਨ ਦਾ ਮਨੋਰਥ ਕੀ ਹੈ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਭ ਨੂੰ ਸਮਝਾਇਆ। ਇਹ 40 ਪੌੜੀਆਂ ਦਾ ਪਾਠ ਨਿਤਨੇਮ ਕਰਨ ਵਾਲੇ ਗੁਰਮੁਖਾਂ ਨੂੰ ਜ਼ਰੂਰ ਪਤਾ ਹੋਏਗਾ, ਇਹ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ। ਸਾਹਿਬ ਨੇ ਜਦੋਂ ਸਾਡਾ ਜੀਵਨ ਮਨੋਰਥ ਸਮਝਾਇਆ, ਕਹਿੰਦੇ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਸਾਡੇ ਜੀਵਨ ਦਾ ਮਨੋਰਥ ਸਮਝਾਉਂਦੇ ਨੇ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ ਕਹੇ ਨਾਨਕ, ਇਹ ਸਰੀਰ ਪ੍ਰਵਾਨ ਹੋਆ। ਕਿਹਦਾ ਪ੍ਰਵਾਨ ਹੋਇਆ, ਜਿਨ ਸਤਿਗੁਰ ਸਿਉ ਚਿੱਤ ਲਾਇਆ, ਜਿਹਨੇ ਗੁਰੂ ਨਾਲ ਆਪਣਾ ਚਿੱਤ ਲਾ ਲਿਆ। ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਨੇਤਰਾਂ ਦੀ ਗੱਲ ਕੀਤੀ ਹੈ,
कहते ए नेत्रो मेरियो हर तुम मह जोर धरी, हर बिन अवर न देखो कोई, हर बिन अवर न देखो कोई, नदरी हर निहालिया। ए विश्व संसार तुम देखदे, विश्व संसार सारा संसार, ए विश्व संसार तुम देखदे, हर का रूप है, हर रूप नदरी आया, गुर प्रसादी बुझिया जा वेखा, हर एक है, हर बिन अवर न कोई, कहे नानक यह नेत्र अंध से सतगुर मिले। दिव्य दृष्ट होई। ये जिहड़े अज्ञानता भरे नेत्र ने गुरु ज्ञान का सुरमा पा दिंदा जो गुरु कोले आउंदे। तीसरा वचन क्या कह लगे, श्रवण हो मेरियो साचै सुनने नूं पठाए। ये कादे वास्ते कन लाए ने? वाहिगुरु परमात्मा ने इस करके सच सुनने वास्ते, परमात्मा अकाल पुरख ने इस करके कन दिते। तू इहदे नाल बाणी सुन, सच सुन, धर्म नूं सुन, ताकि कमा सके अपनी जिंदगी दे विच। तो साध संगत जी, गुरु अर्जुन देव महाराज ने एक शब्द किया, ये मैं तां कह लगा क्योंकि जो कन्ना की गल आई, गुरु अर्जुन देव महाराज जी ने परमात्मा के चरणों में एक बेनती की है। सतगुरु सर्व कला समर्थ ने, पर साडे वास्ते कह लो पूरने पा गए। गुरु अर्जुन देव महाराज जी कहते जो गुरु को आइए तो ठीक है, असीं अरदासां जिन्नियां मर्जी करिए गुरु के चरणों में, पर गुरु अर्जुन देव जी कहते एक आके जोदड़ी गुरु ग्रंथ साहब के चरणों में जरूर करियो, अकाल पुरख के चरणों च। वो केड़ी? ये हाथ जोड़ के कि हे मालक, हे परमात्मा, मेरे कन्ना विच वो बोल ना पैण जेड़े बोल साकतां दे होण, वो बोल ना पैण जेड़े बोल मेरा मन खिंडा देण, वो बोल मेरे कन्ना विच ना पैण जिहदा करके मेरा जीवन भ्रिष्टिया जाए। वो मेरे कन्ना विच बोल ना पैण, पर पै बहुत ज़्यादा उही रहे ने। खिमा करियो साध संगत, जो कुछ अज मीडिया दे विच चलदा पिया है, तुसी देखो जो गंदमंद होवे, इन्ना दुनिया वायरल करदी उस गंदमंद नूं, इथों पता चलदा साडी बिरती कित्थे है। इथों पता चलदा सुनना की चाहुंदे असीं। फिर कहते सभ्याचार का बेड़ा गर्क उन्होंने करता, तो करवाया किन्ने? जो सुनना ही ये कुछ चाहुंदे आ, तो फिर उन्होंने उही कुछ परोस के रखना जो कुछ लोग चाहुंदे। याद रखियो, दुकानां उही ज़्यादा चलदियां जिहदे गाहक वध जाण। इहदा मतलब गाहक ज़्यादा वध गए तां परोस के उन्हां चीज़ां ये रखियां, तो लोगों ने बड़े चाह नाल लोग उन्हूं सुणदे आ, खुश हुंदे आ, अगों इन्हां दुनिया दे विच उहनूं वायरल कर दिंदे। खैर मैं तां कह लग्या क्योंकि गुरु अमरदास महाराज जी ने कहा परमात्मा की बाणी सच सुनने वास्ते कन मिले ने। ते गुरु अर्जन देव जी कहते हाड़ा कड्डो को गुरु के चरणों च आके। केड़ा? सतगुरु महाराज कहते मेरे मोहन, इत्थे मोहन का अर्थ है परमात्मा, इत्थे मोहन का अर्थ गुरु अमरदास महाराज जी के पुत्र का जिक्र नहीं। मेरे मोहन श्रवणी ए ना सुनाए, श्रवण मैंने कन। गुरु अर्जन देव महाराज कहते मेरे मोहन श्रवणी ए ना सुनाए, साकत गीत नाद धुन गावत बोलत बोल अजाए। वो जेड़े बोल ने जेड़े जिन्हां दे नाल मेरे जीवन नूं कोई लाभ नहीं होना। सतगुरु गुरु अर्जन देव जी कहते गुरु दे अगे आके हाड़ा कड्डो महाराज, वो मेरे कन्ना विच ना पैण। गुरु अमरदास महाराज जी कहते किहड़े बोल फिर पवाइए? गुरु अर्जन देव महाराज जी कहते वो ना पैण, ते गुरु अमरदास कहते किहड़े बोल पैण? कहते सरवण हो मेरियो साचै सुनने नूं पठाए, साचै सुनने नूं पठाए, शरीर लाए सुनो सत बाणी। महाराज हुंदा की इहदे नाल? की होएगा जे सत बाणी रब्बी बाणी सुना के महाराज मिलेगा की? सतगुरु महाराज कहे सुनो सत बाणी जित सुनी, मन तन हरिया हुआ रसना रस समाणी, साचिया लख वडाणी ताकि गत कही ना जाए। सतगुरु गुरु अमरदास महाराज जी कहते प्यारिओ ओदी अवस्था नूं कौन बयान करेगा जिन्हें सतगुरु जी दे बोल कन्ना नाल सुन के इन्हां नेत्रां नूं सफल कर लिया। सतगुरु गुरु अमरदास महाराज जी की बाणी दे बचन मेरे गरीब निवास सच्चे पातशाह महाराज जी कहते हैं हे प्यारिओ, बस एक गल गुरु अमरदास महाराज जी ने बहुत जोर दिती। मेरे साहब कहते कदी इस मन नूं मोड़ के लियाओ, बार बार ये बड़ा प्यारा जे, इनू बार बार प्रेरणा करके आखो ये मन प्यारिया तू सदा सच संभाले। यह कुटुंब तू जे देखदा चलै ना ही तेरा, नाले साह तेरा चलै ना ही तिस नाल क्यों, चित लाइए ऐसा काम मूले ना कीचै जित्यंत पशु, ताइए सतगुरु का उपदेश सुन तू होवै तेरे नाले, कहे नानक मन प्यारे तू सदा सच
ਸੰਭਾਲੇ। ਸਤਿਗੁਰੂ ਮਹਾਰਾਜ ਕਹਿੰਦੇ ਬਸ ਉਸ ਸੱਚ ਨੂੰ ਸੰਭਾਲ ਕੇ ਆਪਣੀ ਜ਼ਿੰਦਗੀ ਦੇ ਵਿੱਚ ਰੱਖੋ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਭੱਟਾ ਨੇ ਕਿਹਾ ਸਾਰੀ ਜ਼ਿੰਦਗੀ ਇੱਕ ਨੂੰ ਧਿਆਇਆ, ਇੱਕ ਨੂੰ ਮੰਨਿਆ, ਇੱਕ ਨੂੰ ਗਾਇਆ, ਇੱਕ ਦੇ ਨਾਲ ਹੀ ਸਤਿਗੁਰੂ ਮਹਾਰਾਜ ਜੁੜੇ ਰਹੇ। ਬਸ ਉਸ ਇੱਕ ਦੇ ਨਾਲ ਹੀ ਜੋੜਨ ਲਈ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰਾ ਜੀਵਨ ਲਾ ਦਿੱਤਾ। ਤੇ ਸਾਧ ਸੰਗਤ ਜੀ ਆਓ ਸਮਾਪਤੀ ਕਰਨ ਲੱਗੇ ਆ, ਕਿਉਂਕਿ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਤੇ ਮਾਲਕ ਦੀ ਅਪਾਰ ਬਖਸ਼ਿਸ਼ ਰਹਿਮਤ ਹੈ। ਸਾਧ ਸੰਗਤ ਜੀਓ ਪੰਜਾਬ ਦੀ ਧਰਤੀ ਤੋਂ ਚੱਲ ਕੇ ਇਸ ਅਮਰੀਕਾ ਦੀ ਧਰਤੀ ਤੇ ਪਹੁੰਚੇ ਨੇ। ਆਪਣੇ ਗੁਰੂ ਘਰ ਵਿਖੇ ਪਹਿਲੀ ਵਾਰ ਉਹ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ। ਉਹਨਾਂ ਨੂੰ ਜਿਉਂ ਆਇਆ। ਮੇਰਾ ਸਮਾਂ ਉਹਨਾਂ ਕਿਸੇ ਜਿੰਨਾ ਕੁ ਭਾਈ ਸਾਹਿਬ ਨਹੀਂ ਪਹੁੰਚਦੇ, ਇਸ ਕਰਕੇ ਮੈਂ ਆਪਣੀ ਵਿਚਾਰ ਨੂੰ ਸਮੇਟਣ ਲੱਗਿਆ ਹਾਂ ਤੇ ਭਾਈ ਸਾਹਿਬ ਨੂੰ ਜਿਉਂ ਆਇਆ ਆਖਦਾ ਹਾਂ। ਸਾਧ ਸੰਗਤ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਤੇ ਆਪਾਂ ਉਹਨਾਂ ਦੇ ਜੀਵਨ ਤੇ ਬਾਣੀ ਦੀਆਂ ਵਿਚਾਰਾਂ ਕਰ ਰਹੇ ਹਾਂ। ਸਮੇਟਣ ਲੱਗਿਆ ਵਿਚਾਰ ਨੂੰ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਹੇ ਪਿਆਰਿਓ ਬਸ ਆਹੀ ਗੱਲ ਯਾਦ ਰੱਖੋ ਕਿ ਮਨ ਬੜਾ ਪਿਆਰਾ ਹੈ, ਇਹਨੂੰ ਗੁਰੂ ਨਾਲ ਜੋੜ ਕੇ ਰੱਖੋ, ਕਿਉਂਕਿ ਮਨ ਤੋਂ ਜੋਤ ਸਰੂਪ ਹੈ। ਆਪਣਾ ਮੂਲ ਪਛਾਣੇ ਪ੍ਰਮਾਤਮਾ ਦੀ ਜੋਤ ਹੈ, ਇਹਨੂੰ ਕਹਿ ਕੇ ਆਪਣੇ ਮੂਲ ਨੂੰ ਪਹਿਚਾਨ ਲੈ। ਸਤਿਗੁਰੂ ਗੁਰੂ ਅਮਰਦਾਸ ਦੇ ਚਰਨਾਂ 'ਚ ਇਹ ਅਰਦਾਸ ਕਰੀਏ ਕਿ ਮਹਾਰਾਜ ਖਿੰਡਿਆ ਹੋਇਆ ਮਨ ਤੁਹਾਡੇ ਚਰਨਾਂ ਨਾਲ, ਗੁਰੂ ਚਰਨਾਂ ਨਾਲ ਜੁੜ ਜਾਏ। ਬਸ ਇਹ ਮਨ ਵਿੱਚ ਗੁਰੂ ਅਮਰਦਾਸ ਦੇ ਚਰਨਾਂ 'ਚ ਅਰਦਾਸ ਕਰਕੇ ਜਾਈਏ ਕਿ ਦਾਤਾ ਜੀਵਨ ਦਾ ਮਨੋਰਥ ਸਮਝ ਵਿੱਚ ਆ ਜਾਵੇ, ਜੋ ਕਹਿੰਦੇ ਆ ਜ਼ਿੰਦਗੀ ਵਿੱਚ ਕਮਾ ਸਕੀਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਸਤਿਗੁਰੂ ਸਭ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਿਰਕ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਧ ਸੰਗਤ ਜੀ ਅਖੰਡ ਪਾਠ ਸਾਹਿਬ ਦੀ ਅੱਜ ਦੇ ਦੀਵਾਨਾਂ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ। ਉਸ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਆਓ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਭ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਫਿਰ ਇੱਕ ਵਾਰ ਭਾਈ ਸਾਹਿਬ ਨੂੰ ਜੀਉ ਆਇਆ। ਆਓ ਅਗਲਾ ਪ੍ਰੋਗਰਾਮ ਸਤਿਕਾਰਯੋਗ ਸੈਕਟਰੀ ਸਾਹਿਬਾਨ ਪਾਸੋਂ ਸਰਵਣ ਕਰੀਏ ਜੀ। ਭੁੱਲ ਚੁੱਕ ਦੀ ਖਿਮਾ ਦਿੰਦੇ ਹੋਏ ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।